ਜਿਸਦਾ ਸਾਹਿਬ ਡਾਢਾ ਹੋਏ। ਜਿਸਦਾ ਸਾਹਿਬ ਡਾਢਾ ਹੋਏ, ਜਿਸਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਕੈ ਕੋਇ। ਤਿਸਨੂੰ ਮਾਰ ਨਾ ਸਕੈ ਕੋਇ, ਜਿਸਦਾ ਸਾਹਿਬ ਡਾਢਾ ਹੋਏ, ਜਿਸਦਾ ਸਾਹਿਬ ਡਾਢਾ ਹੋਏ। ਸਾਹਿਬ ਕੀ ਸੇਵਕ ਰਹਿ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। NRA ਮੀਡੀਆ ਦੀ ਟੀਮ ਅਨੰਦਪੁਰ ਸਾਹਿਬ ਤੋਂ ਜੋ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਾਉਂਦੀ ਹੋਈ ਅੱਜ ਪਹੁੰਚ ਚੁੱਕੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ। ਫਤਿਹਗੜ੍ਹ ਸਾਹਿਬ ਦੀ ਧਰਤੀ ਉਹ ਧਰਤੀ ਹੈ ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਿਹਾ ਜਾਂਦਾ ਹੈ। ਇਸੇ ਸਥਾਨ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਜੇਲ੍ਹ ਦੇ ਵਿੱਚੋਂ ਇੱਥੇ ਲਿਆਂਦਾ ਗਿਆ ਸੀ, ਅਸੀਂ ਉਸ ਗੁਰਦੁਆਰਾ ਸਾਹਿਬ ਵਿਖੇ ਇਸ ਵੇਲੇ ਮੌਜੂਦ ਹਾਂ। ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਸੇ ਸਥਾਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਸੀ ਔਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਵੇਲੇ ਮੌਜੂਦਾ ਸਮੇਂ ਇਸ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਉਹ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਜ਼ਾਲਮਾਂ ਵੱਲੋਂ ਸ਼ਹੀਦ ਕੀਤਾ ਗਿਆ ਸੀ ਨੀਹਾਂ ਦੇ ਵਿੱਚ ਚਿਣ ਕੇ, ਉੱਥੇ ਪਵਿੱਤਰ ਭੋਰਾ ਸਾਹਿਬ ਬਣਿਆ ਹੋਇਆ ਹੈ ਤੇ ਸੰਗਤਾਂ ਉੱਥੇ ਆ ਕੇ ਜਦੋਂ ਵੀ ਆਪਣਾ ਸੀਸ ਨਿਵਾਉਂਦੀਆਂ ਨੇ, ਆਪਣਾ ਸਿਜਦਾ ਕਰਦੀਆਂ ਨੇ, ਤਾਂ ਉਹਨਾਂ ਦੇ ਮਨ ਵਿੱਚ ਉਸ ਸਮੇਂ ਨੂੰ ਯਾਦ ਕਰਕੇ ਬਹੁਤ ਹੀ ਮਨ ਉਦਾਸ ਹੋ ਜਾਂਦਾ ਹੈ। ਉਸ ਸ਼ਹੀਦੀ ਦਿਹਾੜੇ ਨੂੰ ਲੈ ਕੇ ਅੱਜ ਵੀ ਸੰਗਤਾਂ ਦੇ ਮਨ ਵਿੱਚ ਰੋਸ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ। ਅੱਜ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਜਦੋਂ ਸੰਗਤਾਂ ਪਹੁੰਚਦੀਆਂ ਹਨ ਤਾਂ ਉਸ ਸਮੇਂ ਨਿੱਕੀਆਂ ਜਿੰਦਾਂ ਦੀ ਵੱਡੀ ਕੁਰਬਾਨੀ ਨੂੰ ਯਾਦ ਕਰਕੇ ਸੰਗਤਾਂ ਦੇ ਮਨ ਵਿੱਚ ਉਸ ਗੌਰਵਮਈ ਸਿੱਖ ਇਤਿਹਾਸ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਰੂਰ ਚਿੰਤਾ ਹੁੰਦੀ ਹੈ ਕਿ ਮੁਗਲ ਜ਼ਾਲਮਾਂ ਨੇ ਕਿਸ ਤਰ੍ਹਾਂ ਨਿੱਕੀਆਂ ਜਿੰਦਾਂ ਨੂੰ ਇਹਨਾਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ। ਸੰਗਤਾਂ ਦੇ ਮਨ ਵਿੱਚ ਇਹ ਖਿਆਲ ਉੱਠਦਾ ਹੈ, ਸਵਾਲ ਉੱਠਦਾ ਹੈ ਕਿ ਉਸ ਸਮੇਂ ਉਹਨਾਂ ਮੁਗਲ ਜ਼ਾਲਮਾਂ ਨੂੰ ਇੰਨੇ ਛੋਟੇ ਬੱਚਿਆਂ ਤੇ, ਮਾਸੂਮ ਲਾਲਾਂ ਤੇ, ਗੁਰੂ ਦੇ ਮਾਸੂਮ ਲਾਲਾਂ ਤੇ ਤਰਸ ਕਿਉਂ ਨਹੀਂ ਆਇਆ, ਤਰਸ ਕਿਉਂ ਨਹੀਂ ਆਇਆ ਹੋਵੇਗਾ। ਇਸ ਵੇਲੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸ਼੍ਰੀ ਫਤਿਹਗੜ੍ਹ ਦੀ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ਼੍ਰੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ। ਜਿਸਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਕੈ ਕੋਇ। ਤਿਸਨੂੰ ਮਾਰ ਨਾ ਸਕੈ ਕੋਇ, ਜਿਸਦਾ
ਗੁਰਮਤਿ ਸ਼ਾਂਤ ਵਸੈ ਸ਼ਰੀਰ। ਗੁਰਮਤਿ ਸ਼ਾਂਤ ਵਸੈ ਸ਼ਰੀਰ। ਸ਼ਬਦ ਚੀਨ ਫਿਰ ਲਗੈ ਨ ਪੀਰ। ਸ਼ਬਦ ਚੀਨ ਫਿਰ ਲਗੈ ਨ ਪੀਰ। ਜਿਸ ਦਾ ਸਾਹਿਬ ਡਾਢਾ ਹੋਏ। ਜਿਸ ਦਾ ਸਾਧ ਸੰਗਤ ਜੀ, ਸਾਡੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਜੀ ਮੌਜੂਦ ਨੇ। ਅਸੀਂ ਇਹਨਾਂ ਤੋਂ ਇਸ ਸਥਾਨ ਦੇ ਇਤਿਹਾਸ ਬਾਰੇ ਜ਼ਿਆਦਾ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਾਧ ਸੰਗਤ ਜੀ ਨੂੰ ਇਸ ਸਥਾਨ ਜੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਉਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਜੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਸਤਿਕਾਰਯੋਗ ਮਾਤਾ ਜੀ ਇੱਥੇ ਸ਼ਹੀਦ ਹੋਏ। ਸੋ ਜਿਹੜਾ ਸ਼ਹਾਦਤ ਦਾ ਸਾਰਾ ਵੇਰਵਾ ਹੈ ਉਹ ਇਸ ਤਰ੍ਹਾਂ ਕਿ 6 ਪੋਹ ਦੀ ਰਾਤ ਨੂੰ ਸਤਿਗੁਰੂ ਜੀ ਸ਼੍ਰੀ ਅਨੰਦਪੁਰ ਸਾਹਿਬ ਛੱਡਦੇ ਆ। 7 ਪੋਹ ਦਾ ਅੰਮ੍ਰਿਤ ਵੇਲਾ ਗੁਰੂ ਸਾਹਿਬ ਜੀ ਨੂੰ ਸਰਸਾ ਦੇ ਪਾਰਲੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਹੁੰਦਾ। ਪਰਿਵਾਰ ਸਮੇਤ ਸਤਿਗੁਰੂ ਜੀ ਇਕੱਠੇ ਨੇ। ਅੰਮ੍ਰਿਤ ਵੇਲੇ ਦਾ ਨਿਤਨੇਮ ਹੁੰਦਾ ਹੈ, ਬਾਣੀ ਪੜ੍ਹਦੇ ਸਤਿਗੁਰੂ ਜੀ। ਦੁਸ਼ਮਣ ਦਾ ਜਿਹੜਾ ਪਿਛਲੇ ਪਾਸੇ ਹੜ੍ਹ ਆ ਰਿਹਾ ਉਹਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਜੀ ਆਦਿਕ ਸਿੱਖ ਠੱਲ ਪਾਉਂਦੇ ਆ। ਅਗਲੇ ਪਾਸੇ ਸਰਸਾ ਦਾ ਹੜ੍ਹ ਹੈ ਜਿਹਨੂੰ ਪਾਰ ਕਰਦਿਆਂ ਪਰਿਵਾਰ ਖੇਰੂ ਖੇਰੂ ਹੁੰਦਾ ਹੈ। ਹਜ਼ੂਰ ਦੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ 7 ਪੋਹ ਦੀ ਰਾਤ ਰੋਪੜ 'ਚ ਕੱਟਦੇ ਆ ਅਤੇ ਫਿਰ ਭਾਈ ਮਨੀ ਸਿੰਘ ਜੀ ਹੋਰਾਂ ਦੇ ਨਾਲ ਦਿੱਲੀ ਨੂੰ ਜਾਂਦੇ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ 7 ਪੋਹ ਦੀ ਰਾਤ ਨੂੰ ਚਮਕੌਰ ਦੀ ਗੜੀ ਦੇ ਅੰਦਰ ਪਹੁੰਚਦੇ ਆ। ਧੰਨ ਮਾਂ ਗੁਜਰੀ ਜੀ ਛੋਟੇ ਲਾਲਾਂ ਸਮੇਤ 7 ਪੋਹ ਦੀ ਰਾਤ ਨੂੰ ਸਰਸਾ ਅਤੇ ਸਤਲੁਜ ਦਾ ਮੇਲ ਹੈ, ਪਿੰਡ ਚੱਕ ਢੇਰਾਂ ਦੇ ਨੇੜੇ ਪੱਤਣ ਹੈ ਉਹ ਅੱਜ ਵੀ ਉਹ ਬੀਆਬਾਨ ਸਥਾਨ ਬਿਲਕੁਲ ਕੋਲੋਂ ਦੀ ਨਦੀ ਛੂਹ ਕੇ ਵਗਦੀ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੁੰਦੀ। ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ, ਉੱਥੇ 7 ਪੋਹ ਦੀ ਰਾਤ ਕੱਟਦੇ ਮਾਤਾ ਜੀ ਕੁੰਮੇ ਮਾਸ਼ਕੀ ਦੇ ਗ੍ਰਹਿ ਵਿਖੇ ਉਹ ਛੰਨ ਦੇ ਅੰਦਰ। ਜਦੋਂ ਸਾਹਿਬਜ਼ਾਦਿਆਂ ਦੇ ਅਸੀਂ ਸਫ਼ਰ ਦੀ ਗਾਥਾ ਸ਼ੁਰੂ ਕਰਦੇ ਹੁੰਦੇ ਹਾਂ, ਸਫ਼ਰ ਸ਼ਹਾਦਤ ਉਹਦਾ ਪਹਿਲਾ ਪੜਾਅ ਹੈ 7 ਪੋਹ 22 ਦਸੰਬਰ। ਇਸ ਵਾਰੀ ਸਫ਼ਰ ਸ਼ਹਾਦਤ ਦਾ ਪਹਿਲਾ ਸਮਾਗਮ ਹੋਣਾ। ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਫ਼ਰ ਸ਼ਹਾਦਤ ਤੋਂ ਵਾਕਫ ਨੇ, ਉਸ ਸਫ਼ਰ ਦੇ ਨਾਲ ਤੁਰਦੀਆਂ ਨੇ ਹਮ ਸਫ਼ਰ ਹੋ ਕੇ ਜਿੱਥੇ ਜਿੱਥੇ ਵੀ ਸਿੱਖ ਬੈਠੇ। ਉੱਥੋਂ ਗੰਗੂ ਮਿਲਦਾ ਹੈ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ, ਸਿਹੜੀ ਆਪਣੇ ਪਿੰਡ ਆਉਂਦਾ 8 ਪੋਹ ਦੀ ਰਾਤ ਨੂੰ। 8 ਪੋਹ ਦੀ ਰਾਤ ਮਾਤਾ ਜੀ ਤੇ ਸਾਹਿਬਜ਼ਾਦੇ ਗੰਗੂ ਦੇ ਘਰ ਵਾਲੀ ਜਗ੍ਹਾ ਜਿੱਥੇ ਅੱਜ ਗੁਰਦੁਆਰਾ ਅਟਕ ਸਾਹਿਬ ਸ਼ਸ਼ੋਭਤ ਹੈ ਉੱਥੇ ਕੱਟਦੇ ਆ। ਉੱਥੋਂ 9 ਪੋਹ ਨੂੰ ਕੈਦੀ ਬਣਾ ਕੇ ਗੰਗੂ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਬੁਲਾ ਕੇ ਉਹ ਕੋਤਵਾਲੀ ਦੇ ਵਿੱਚ ਕੈਦ ਕਰਵਾਉਂਦਾ। 9 ਪੋਹ ਦੀ ਰਾਤ ਮਾਤਾ ਜੀ ਦੇ ਸਾਹਿਬਜ਼ਾਦੇ ਕੋਤਵਾਲੀ 'ਚ ਕੱਟਦੇ ਨੇ, ਜਿੱਥੋਂ 10 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਬੰਦੀਆਂ ਦੇ ਰੂਪ 'ਚ ਸਰਹੰਦ ਲਿਆਂਦਾ ਜਾਂਦਾ ਹੈ। ਕਿਲੇ ਦੀ ਬਾਹਰਲੀ ਫਸੀਲ ਜਿੱਥੇ ਉਹਨਾਂ ਦੀ ਸਵਾਰੀ ਜਿਹਦੇ 'ਚੋਂ ਗੱਡੀ 'ਚ ਲਿਆਂਦਾ ਜਾ ਰਿਹਾ ਸੀ ਉਹ ਰੁਕਦੀ ਹੈ ਅਤੇ ਅੰਦਰ ਖਬਰ ਪਹੁੰਚਦੀ ਹੈ। ਉੱਥੇ ਬਹੁਤ ਸਾਰੀ ਪਬਲਿਕ ਇਕੱਠੀ ਹੁੰਦੀ ਹੈ। ਦੂਸਰੇ ਮੱਤਾਂ ਦੇ ਲੋਕ ਵੀ ਸੋਲ ਦੀਆਂ ਜਿੰਦਾਂ ਨੂੰ ਵੇਖ ਕੇ ਤਰਾਹ ਤਰਾਹ ਕਰ ਉੱਠਦੇ ਆ, ਜਿਨ੍ਹਾਂ ਨੂੰ ਪਤਾ ਹੈ ਕਿ ਜਾਬਰ ਹਕੂਮਤ ਹੁਣ ਗੁਰੂ ਦੇ ਲਾਲਾਂ ਨੂੰ ਜਿੰਦਾ ਨਹੀਂ ਛੱਡੇਗੀ। ਸੋ ਉੱਥੇ ਗੁਰਦੁਆਰਾ ਰਤ ਸਾਹਿਬ ਸ਼ਸ਼ੋਭਤ ਹੈ ਜਿੱਥੇ ਉਹ ਗੱਡੀ ਕੈਦੀਆਂ ਰੂਪ ਵਿੱਚ ਜੋ ਲਿਆਂਦੀ ਜਾ ਰਹੀ ਸੀ ਸਾਹਿਬਜ਼ਾਦਿਆਂ ਨੂੰ ਲੈ ਕੇ ਆ ਰਹੀ, ਉਸ 'ਤੇ ਰੁਕੀ। ਉਹਨੂੰ ਅਸੀਂ ਰਤ ਸਾਹਿਬ ਅੱਜ ਕਹਿ ਕੇ ਯਾਦ ਕੀਤਾ ਜਾਂਦਾ। ਸੋ ਉੱਥੋਂ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਦੇ ਰੂਪ 'ਚ ਪਹੁੰਚਾਇਆ ਜਾਂਦਾ ਹੈ। ਇਹ ਇੰਟੈਰੋਗੇਸ਼ਨ ਦਾ ਇੱਕ ਤਰੀਕਾ ਸੀ। 140 ਫੁੱਟ ਉੱਚਾ ਬੁਰਜ ਹੈ ਜਿਹਦੇ ਕੋਲੋਂ ਦੀ ਨਦੀ ਵਗਦੀ ਸੀ। ਉਸ ਵੇਲੇ ਉਸ ਨਦੀ ਦਾ ਨਾਂ ਸੀ ਹੰਸਲਾ ਨਦੀ। ਸੋ ਹੋਰ ਵੀ ਦਰਜਨਾਂ ਬੁਰਜ ਸੀ ਕਿਲੇ ਦੇ 'ਚੋਂ ਗਿਰਦੇ, ਪਰ ਇਹ ਬੁਰਜ ਸਭ ਤੋਂ ਉੱਚਾ ਸੀ। ਗਰਮੀਆਂ ਦੀ ਰੁੱਤੇ
ਬੜੀ ਠੰਡਕ ਦਾ ਇੱਥੇ ਅਹਿਸਾਸ ਹੁੰਦਾ ਸੀ, ਇਸ ਲਈ ਇਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ। ਸੋ ਪੋਹ ਦੀਆਂ ਸ਼ੀਤ ਰਾਤਾਂ, ਦਸੰਬਰ ਦਾ ਮਹੀਨਾ, 10 ਪੋਹ ਦੀ ਰਾਤ, 11 ਪੋਹ ਦੀ ਰਾਤ, 12 ਪੋਹ ਦੀ ਰਾਤ, 3 ਰਾਤਾਂ ਸਾਹਿਬਜ਼ਾਦੇ ਤੇ ਮਾਤਾ ਜੀ ਇਸ ਠੰਡੇ ਬੁਰਜ 'ਚ ਕੱਟਦੇ ਆ। ਇੱਥੋਂ ਹੀ ਪੇਸ਼ੀ ਵਾਸਤੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਜੁਦਾ ਕਰਕੇ ਸੂਬੇ ਦੀ ਸਭਾ ਵਿੱਚ ਲਿਜਾਇਆ ਜਾਂਦਾ ਰਿਹਾ। 11 ਪੋਹ ਨੂੰ ਸਾਹਿਬਜ਼ਾਦੇ ਗਏ ਮਾਤਾ ਜੀ ਕੋਲ, ਫਿਰ ਜੇਤੂਆਂ ਵਾਂਗ ਵਾਪਸ ਆਏ। 12 ਪੋਹ ਨੂੰ ਗਏ, ਹਰ ਤਰ੍ਹਾਂ ਦੇ ਲਾਲਚ, ਛਲਾਵੇ, ਡਰ, ਭੈ ਨੂੰ ਜਿੱਤ ਕੇ ਮਾਤਾ ਜੀ ਕੋਲ ਵਾਪਸ ਆਏ। ਪਰ 13 ਪੋਹ ਨੂੰ ਮਾਤਾ ਜੀ ਦਾ ਥਾਪੜਾ ਲੈ ਕੇ ਗਏ ਸਾਹਿਬਜ਼ਾਦੇ, ਫਿਰ ਵਾਪਸ ਨਹੀਂ ਆਏ, ਸ਼ਹੀਦ ਹੋਏ। ਪਹਿਲਾਂ ਨੀਹਾਂ ਵਿੱਚ ਚਿਣ ਕੇ ਜਦੋਂ ਉਹਨਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਈਨ ਨਾ ਮੰਨੀ, ਦੀਨ ਨਾ ਕਬੂਲਿਆ, ਹਕੂਮਤ ਅੱਗੇ ਸਿਰ ਨਾ ਝੁਕਾਇਆ। ਤੋਂ ਪਹਿਲਾਂ ਨੀਹਾਂ 'ਚ ਚਿਣਨ ਦਾ ਫਤਵਾ ਲਾਇਆ ਗਿਆ। ਨੀਹਾਂ ਵਿੱਚ ਜਿੰਦਾ 9 ਤੇ 7 ਸਾਲ ਦੇ ਗੁਰੂ ਜੀ ਦੇ ਲਾਲਾਂ ਨੂੰ ਚਿਣਿਆ ਗਿਆ। ਦੀਵਾਰ ਉਸਰਦੀ ਗਈ, ਸਾਹ ਰੁਕਦਾ ਗਿਆ, ਸਾਹਿਬਜ਼ਾਦੇ ਬੇਹੋਸ਼ ਹੋ ਗਏ। ਫਿਰ ਹੋਸ਼ ਵਿੱਚ ਲਿਆ ਕੇ, ਨੀਹਾਂ 'ਚੋਂ ਕੱਢ ਕੇ ਹੋਸ਼ 'ਚ ਲਿਆ ਕੇ, ਫਿਰ ਬੜੀ ਕਰੂਰਤਾ ਦੇ ਨਾਲ, ਜਲਾਦ ਕਹਿੰਦੇ ਆ ਕਿ ਅਸੀਂ ਬੜੇ ਨਿਰਦਈ ਹਾਂ, ਸਮਾਣੇ ਦੇ ਰਹਿਣ ਵਾਲੇ ਸ਼ਾਸਨ ਬੇਗ ਤੇ ਬਾਸ਼ਨ ਬੇਗ, ਖਾਨਦਾਨੀ ਜਲਾਦ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਸਾਡੇ ਹੀ ਵੱਡਿਆਂ ਵਡੇਰਿਆਂ ਨੇ, ਤੁਹਾਡੇ ਦਾਦੇ ਦੇ ਦਾਦਾ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਲੋਹ ਹੇਠਾਂ ਅੱਗ ਬਾਲੀ ਸੀ, ਤਸੀਹੇ ਦਿੱਤੇ ਸਨ। ਨੂਰੂਦੀਨ ਜਲਾਦ ਨੇ, ਸਮਾਣੇ ਦੇ ਰਹਿਣ ਵਾਲੇ ਨੇ। ਸਾਡੇ ਵੱਡੇ ਵਡੇਰੇ ਜਲਾਲੂਦੀਨ ਨੇ ਤੁਹਾਡੇ ਦਾਦਾ ਜੀ ਦਾ ਸੀਸ ਕਲਮ ਕੀਤਾ ਸੀ ਦਿੱਲੀ ਦੇ ਚਾਂਦਨੀ ਚੌਂਕ 'ਚ, ਤੇ ਅੱਜ ਉਸੇ ਸਮਾਣੇ ਦੇ ਨਾਮੀ ਜਲਾਦ ਸੈਯਦ ਅਖਵਾਉਣ ਵਾਲੇ, ਅੱਜ ਅਸੀਂ ਤੁਹਾਡਾ ਸੀਸ ਕਲਮ ਕਰਾਂਗੇ, ਜਿਵਾ ਕਰਾਂਗੇ, ਤਰਪਾ ਕੇ ਸ਼ਹੀਦ ਕਰਾਂਗੇ, ਈਨ ਮੰਨੋ, ਜ਼ਿੰਦਗੀ ਲੈ ਲਓ। ਪਰ ਸਾਹਿਬਜ਼ਾਦਿਆਂ ਨੇ ਕਿਹਾ ਕਿ ਤੁਸੀਂ ਖਾਨਦਾਨੀ ਜਲਾਦ ਹੋ, ਅਸੀਂ ਖਾਨਦਾਨੀ ਸ਼ਹੀਦ ਹਾਂ। ਹਮਰੇ ਬੰਸ ਰੀਤ ਮਾਈ, ਸੀਸ ਦੇਤ ਪਰ ਧਰਮ ਨਾ ਜਾਈ। ਸੋ ਆਪਣੇ ਆਪ ਨੂੰ ਸ਼ਹੀਦ ਕਰਵਾਉਣਾ ਪ੍ਰਵਾਨ ਕੀਤਾ, ਧਰਮ ਨਹੀਂ ਹਾਰਿਆ, ਦ੍ਰਿੜਤਾ ਦੇ ਨਾਲ, ਨਿਰਭੈਤਾ ਦੇ ਨਾਲ ਜ਼ੁਲਮ ਦਾ ਮੂੰਹ ਮੋੜ ਦਿੱਤਾ। ਸੋ 1704 13 ਪੋਹ ਨੂੰ ਗਲੇ ਜਿਵਾ ਕਰਕੇ ਸਾਹਿਬਜ਼ਾਦਿਆਂ ਨੂੰ ਤੜਪਾ ਸ਼ਹੀਦ ਕੀਤਾ ਗਿਆ, ਤਸੀਹੇ ਦੇ ਕੇ, ਤਸ਼ੱਦਦ ਕਰਕੇ। ਮਾਤਾ ਜੀ ਵੀ ਠੰਡੇ ਬੁਰਜ ਦੇ ਜ਼ੁਲਮੋ ਸਿਤਮ ਨੂੰ ਸਹਿੰਦੇ ਹੋਏ 80 90 ਨੂੰ ਟੁੱਕੇ ਮਾਤਾ ਜੀ, ਜਿਨ੍ਹਾਂ ਨੇ 3 ਰਾਤਾਂ ਇਹਨੇ ਸੀਤ ਵਾਤਾਵਰਨ 'ਚ ਬਿਨਾਂ ਲੇਪ ਤਲਾਈਆਂ ਤੋਂ ਕੱਢੀਆਂ। ਸੋ ਉਹ ਵੀ ਜ਼ੁਲਮੋ ਸਿਤਮ ਸਹਿੰਦੇ ਹੋਏ ਸ਼ਹੀਦ ਹੋਏ। ਬਾਬਾ ਮੋਤੀ ਰਾਮ ਮਹਿਰਾ ਜੀ ਨੇ 3 ਰਾਤਾਂ ਜ਼ਿੰਦਗੀ ਜੋਖਮ 'ਚ ਪਾ ਕੇ ਆਪਣਾ ਪਰਿਵਾਰ ਕੁਰਬਾਨ ਕਰਨਾ ਲੇਖੇ ਲਾ ਕੇ ਗੁਰੂ ਲਾਲਾਂ ਨੂੰ ਦੁੱਧ ਪਿਆਇਆ। ਦੀਵਾਨ ਟੋਡਰ ਮੱਲ ਜੀ ਗੁਰੂ ਘਰ ਦੇ ਸ਼ਰਧਾਲੂ ਸਨ। ਬਾਬਾ ਮੋਤੀ ਰਾਮ ਜੀ ਦਾ ਸਾਰਾ ਪਰਿਵਾਰ ਗੁਰੂ ਘਰ ਦਾ ਸ਼ਰਧਾਵਾਨ ਸੀ। ਇਹਨਾਂ ਦੇ ਪਿਤਾ ਭਾਈ ਹਰਾ ਜੀ ਸਤਿਗੁਰੂ ਜੀ ਦੇ ਚਰਨਾਂ ਤੋਂ ਪਹਿਲਾਂ ਕੁਰਬਾਨ ਹੋ ਚੁੱਕੇ, ਸ਼ਹੀਦ ਹੋ ਚੁੱਕੇ ਆ। ਇਹਨਾਂ ਦੀ ਮਾਤਾ, ਪਤਨੀ, ਪੁੱਤਰ ਭਾਈ ਨਰੈਣਾ ਜੀ, ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪੁੱਤਰ, ਇਹਨਾਂ ਦੀ ਪਤਨੀ ਬੀਬੀ ਭੋਲੀ ਜੀ। ਸੋ ਬੜੀ ਕੁਰਬਾਨੀ ਇਸ ਪਰਿਵਾਰ ਦੀ, ਸ਼ਹਾਦਤ ਦਿੱਤੀ ਉਹਨਾਂ ਨੇ ਵੀ ਬਾਅਦ 'ਚ। ਦੀਵਾਨ ਟੋਡਰ ਮੱਲ ਜੀ, ਜਿਨ੍ਹਾਂ ਨੇ ਆਪਣੀ ਸਾਰੀ ਸੰਪਤੀ ਦਾਅ 'ਤੇ ਲਾ ਕੇ, ਵੇਚ ਵੱਟ ਕੇ ਧਰਤੀ ਦਾ ਉਹ ਟੁਕੜਾ ਖਰੀਦਿਆ ਜਿੱਥੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਇੱਕੋ ਚਿਖਾ 'ਤੇ ਸੰਸਕਾਰ ਹੋਇਆ। ਅਸਲ 'ਚ ਹਕੂਮਤ ਦਾ ਮਨਸਾ ਇਹ ਸੀ ਕਿ ਇਹ ਸਰੀਰਾਂ ਦੀ ਸਾਂਭ ਕੋਈ ਨਾ ਕਰੇ, ਇੱਥੇ ਲੋਕਾਂ ਦੇ ਮਨਾਂ 'ਚ ਦਹਿਸ਼ਤ ਬੈਠੇਗੀ। ਤੋ ਜਿਸ ਤਰ੍ਹਾਂ ਲੋਕਾਂ ਨੂੰ ਭੈ ਭੀਤ ਕਰਨਾ ਚਾਹੁੰਦੀ ਸੀ ਹਕੂਮਤ, ਪਰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਉਹ ਜਿਹੜੀਆਂ ਨਾ ਪੂਰੀਆਂ ਕੀਤੀਆਂ ਜਾਣ ਵਾਲੀਆਂ ਸ਼ਰਤਾਂ ਸੀ ਉਹ ਪੂਰੀਆਂ ਕਰਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ। 25 ਦਸੰਬਰ ਨੂੰ ਸਾਹਿਬਜ਼ਾਦੇ ਇੱਥੇ ਕੈਦ ਹੋਏ ਸਨ। ਮੈਂ NRI TV ਦੇ ਜ਼ਰੀਏ ਮੈਂ ਬੇਨਤੀ ਕਰਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਕਿ ਆਪਣੇ ਬੱਚਿਆਂ ਨੂੰ ਦੱਸੀਏ ਕਿ 25 ਦਸੰਬਰ ਟੌਫੀਆਂ ਵੰਡਣ ਵਾਲਿਆਂ ਦਾ ਦਿਨ ਨਹੀਂ ਹੈ। ਸਾਡੀ ਕੌਮ ਦੀ ਵਿਰਾਸਤ ਦਾ ਬੜਾ ਵੱਡਾ ਦਿਹਾੜਾ ਹੈ, ਜਿੱਦਣ ਬੱਚਿਆਂ ਨੂੰ ਕੇਵਲ ਦੁਨਿਆਵੀ ਖੇਡਾਂ 'ਚ ਨਹੀਂ, ਅੱਜ ਜਿਹੜੇ ਪਾਸੇ ਨੂੰ ਸਾਡਾ ਬਚਪਨਾ ਤੁਰ ਪਿਆ। ਸੋ 25 ਦਸੰਬਰ 'ਤੇ ਇੱਕ ਸੁਨੇਹਾ ਹੈ, ਡੁੱਲੇ ਲਹੂ ਦੀ ਵੰਗਾਰ, ਸਾਡਾ ਵਿਰਸਾ, ਸਾਡਾ ਪਰਿਵਾਰ। ਇੱਕ ਸੰਦੇਸ਼ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤਾ ਤਾਂ ਕਿ ਸਾਡੇ ਬੱਚੇ ਕ੍ਰਿਸਮਸ ਦੀ ਛੁੱਟੀ ਦੇ ਵਿੱਚ ਕਿਤੇ ਆਪਣੇ ਵਿਰਸੇ ਨੂੰ ਨਾ ਭੁੱਲ ਜਾਣ। ਤੋ ਸਾਰੇ ਧਰਮਾਂ ਨੂੰ ਅਧਿਕਾਰ ਹੈ ਆਪਣੀ ਸੱਭਿਆਚਾਰ ਦੀ ਉਹ ਗੱਲ ਕਰਨ, ਪਰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ ਦੀ ਧਰਤੀ ਨਾਲ ਘੱਟੋ ਘੱਟ ਲੱਗੀਆਂ ਹੋਈਆਂ, ਉਹ ਜ਼ਰੂਰ ਆਪਣੇ ਬਾਲਾਂ ਨੂੰ ਚੇਤੇ ਕਰਾਉਣ।
ਜਿਹੜੇ ਟੁੱਟ ਵੀ ਚੁੱਕੇ ਨੇ ਕਿਸੇ ਕਾਰਨ ਕਰਕੇ, ਸਾਡੀ ਅਵੱਗਿਆ ਕਰਕੇ, ਪ੍ਰਚਾਰ ਦੀ ਘਾਟ ਕਰਕੇ ਜਾਂ ਵਿਸਲੇਪਣ ਕਰਕੇ ਜਿਹੜੇ ਪਰਿਵਾਰ ਪਤਿਤ ਵੀ ਹੋ ਗਏ, ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ 'ਚ ਜੁੜ ਕੇ ਸਾਹਿਬਜ਼ਾਦੇ ਪ੍ਰਬੰਧਕਾਂ ਨੂੰ ਖਾਸ ਕਰਕੇ ਬੇਨਤੀ, ਸਭਾ ਸੁਸਾਇਟੀਆਂ ਨੂੰ, ਕਿ 25 ਦਸੰਬਰ ਨੂੰ ਇੱਕ ਕੌਮੀ ਤਿਉਹਾਰ ਬਣਾ ਦਈਏ ਅਸੀਂ ਸਿੱਖ ਸੱਭਿਆਚਾਰ ਦਾ, ਕਿ ਅੱਜ ਬੱਚੇ ਖੇਡ ਤਮਾਸ਼ਿਆਂ ਵਿੱਚ ਹੀ ਨਾ ਗਵਾਚਣ, ਬਲਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ 9 ਤੇ 7 ਸਾਲ ਦੇ ਬਾਬੇ ਅੱਜ ਠੰਡੇ ਬੁਰਜ 'ਚ ਪਹੁੰਚ ਕੇ ਧਰਮ ਦੀਆਂ ਨੀਹਾਂ ਪੱਕੀਆਂ ਕਰ ਰਹੇ ਸਨ। ਬਹੁਤ ਕੁਝ ਐਸਾ ਕਰਨ ਵਾਲਾ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਅਹਿਸਾਸ ਕਰਵਾ ਸਕੀਏ ਕਿ ਉਹ ਦ੍ਰਿੜਤਾ, ਉਹ ਸਵੈਮਾਨ, ਉਹ ਸੰਜੀਦਗੀ, ਉਹ ਗੰਭੀਰਤਾ, ਉਹ ਦੂਰ ਅੰਦੇਸ਼ੀ, ਉਹ ਸਿਰ ਉੱਚਾ ਕਰਕੇ ਜਿਉਣ ਵਾਲੀ ਜਿਹੜੀ ਗੁੜਤੀ ਹੈ ਜੋ ਸਾਨੂੰ ਜਾਪਤਾ ਦਿੱਤਾ ਹੈ ਸਾਹਿਬਜ਼ਾਦਿਆਂ ਨੇ, ਉਹਦੇ ਅਸੀਂ ਮਾਰਗ 'ਤੇ ਤੁਰ ਸਕੀਏ। ਸਫ਼ਰ ਜਿਹੜਾ ਹੈ ਸਾਹਿਬਜ਼ਾਦਿਆਂ ਦਾ। ਸੋ 1704 ਵਿੱਚ ਸ਼ਹਾਦਤ ਹੁੰਦੀ ਹੈ, 1710 ਵਿੱਚ ਇੱਥੋਂ ਜ਼ੁਲਮੀ ਰਾਜ ਦਾ ਅੰਤ ਕਰਕੇ ਜੜ੍ਹਾਂ ਪੁੱਟ ਕੇ ਖਾਲਸੀ ਪਰਚਮ ਇਸ ਧਰਤੀ 'ਤੇ ਚਲਾਉਂਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਖਾਲਸਾ ਪੰਥ ਸਿੱਖ ਰਾਜ ਕਾਇਮ ਹੁੰਦਾ। ਸੋ ਇਹ ਧਰਤੀ ਬੜੀ ਗੈਰਤ ਦਾ ਸੁਨੇਹਾ ਦਿੰਦੀ ਹੈ, ਦ੍ਰਿੜਤਾ ਤੇ ਸਿਦਕ ਦਾ ਸਾਡੇ ਅੰਦਰ ਬਲ ਪੈਦਾ ਕਰਦੀ ਹੈ। ਸੋ ਮੈਂ ਬੇਨਤੀ ਕਰਦਾ NRI ਚੈਨਲ ਦੇ ਜ਼ਰੀਏ ਕਿ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਇਹ ਪੋਹ ਦੀ ਸੀਤ ਲਹਿਰ, ਦਸੰਬਰ ਦਾ ਮਹੀਨਾ ਸਾਨੂੰ ਯਾਦ, ਸਾਡੇ ਵਾਸਤੇ ਸਿਮਰਨ ਦਾ ਸਾਧਨ ਹੈ। ਠੰਡੇ ਬੁਰਜ ਨਾਲ ਸੁਰਤ ਜੋੜਿਓ, ਮਾਛੀਵਾੜਾ ਚੇਤੇ ਕਰਿਓ, ਚਮਕੌਰ ਦੀ ਗੜੀ ਯਾਦ ਕਰਿਓ, ਤਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਹਿਸਾਨਾਂ ਦਾ ਸਾਨੂੰ ਅਹਿਸਾਸ ਹੋ ਸਕੇ। ਇੱਦਾਂ ਹੀ ਜੁੜੇ ਰਹੀਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਅਮੀਰ ਵਿਰਸੇ ਨਾਲ ਜੁੜੀਆਂ ਰਹਿ ਸਕਣ। ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੋ ਮਾਰ ਨਾ ਸਕੈ ਕੋਏ। ਤਿਸਨੋ ਮਾਰ ਨਾ ਸਕੈ ਕੋਏ, ਜਿਸ ਦਾ ਸਾਹਿਬ ਡਾਢਾ ਹੋਏ, ਜਿਸ ਦਾ ਸਾਹਿਬ ਡਾਢਾ ਹੋਏ। ਗੁਰਮਤਿ ਸ਼ਾਂਤ ਵਸੈ ਸ਼ਰੀਰ,